गत कही न जाए, जे को कहे पिछे पछताए। कागज कलम न लिखण हार, मन्ने का भय करन विचार। ऐसा नाम निरंजन होए, जे को मन जाने मन को। ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਸੋ 11 ਪੌੜੀਆਂ ਤੱਕ ਅਸੀਂ ਪਿੱਛੇ ਵਿਚਾਰ ਕਰ ਚੁੱਕੇ ਹਾਂ। ਜੋ 12ਵੀਂ ਪੌੜੀ ਹੁਣੇ ਤੁਸੀਂ ਸਰਵਣ ਕੀਤੀ ਹੈ, ਉਹਦੀ ਵਿਚਾਰ ਕਰੀਏ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਕੁਝ ਨਵੇਂ ਸੱਜਣ ਵੀ ਆਏ ਨੇ, ਅਤੇ ਕਿਉਂਕਿ ਅਸੀਂ ਇਹ ਲੜੀਵਾਰ ਕਰ ਰਹੇ ਹਾਂ, ਅਤੇ ਇਸ ਕਰਕੇ ਜੋ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਜਾਂ ਸਮਝ ਚੁੱਕੇ ਹਾਂ ਅਸੀਂ, ਉਹਨੂੰ ਅਸੀਂ ਰਿਲੇਟ ਕਰਕੇ ਸਮਝਾਂਗੇ। ਅਤੇ ਕਈ ਵਾਰੀ ਕਿਉਂਕਿ ਜੋ ਅਸੀਂ ਇਸ ਪੂਰੀ ਗੱਲ ਦੇ ਵਿੱਚ ਅਸੀਂ ਵਿਚਾਰ ਸਮਝ ਲਿਆ ਨਾ, ਉਹ ਵਿਚਾਰ ਜੋ ਅਸੀਂ ਅੱਜ ਤੱਕ ਸੁਣੀ ਸਮਝੀ ਹੋਈ ਹੈ, ਉਸ ਤੋਂ ਥੋੜ੍ਹੀ ਜਿਹੀ ਹਟ ਕੇ ਹੈ ਕਿ ਕਈ ਵਾਰੀ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਨਵੀਂ ਵਿਚਾਰ ਹੈ। ਵਿਚਾਰ ਨਵੀਂ ਨਹੀਂ ਹੈ। ਵਿਚਾਰ ਅਸੀਂ ਕੋਸ਼ਿਸ਼ ਕਰ ਰਹੇ ਕਿ ਗੁਰਬਾਣੀ ਦੇ ਆਧਾਰ 'ਤੇ ਗੱਲ ਕੀਤੀ ਜਾਏ। ਅਤੇ ਇੱਕ ਜਪਜੀ ਸਾਹਿਬ ਦਾ ਪੂਰਾ ਇੱਕ ਬਾਣੀ ਹੈ, ਉਸ ਬਾਣੀ ਨੂੰ ਇੱਕੋ ਕਨਸੈਪਟ ਦੇ ਨਾਲ ਜੋ ਗੁਰਮਤਿ ਦੇ ਸਿਧਾਂਤ ਨੇ ਉਹਨੂੰ ਸਮਝਿਆ ਜਾਏ। ਕਿਉਂਕਿ ਹਰ ਵਾਰੀ ਜਦੋਂ ਅਸੀਂ ਪੜ੍ਹਦੇ ਹਾਂ ਕਿ ਇੱਕ ਪੌੜੀ ਸਾਨੂੰ ਕਿਸੇ ਹੋਰ ਪਾਸੇ ਜਾਂਦੀ ਲੱਗਦੀ ਹੈ, ਦੂਜੇ ਪਾਸੇ ਕਿਸੇ ਹੋਰ ਪੌੜੀ ਲੱਗਦੀ ਜੋ ਅਸੀਂ ਅੱਜ ਤੱਕ ਵਿਚਾਰਾਂ ਸੁਣੀਆਂ ਹੋਈਆਂ। ਸੋ ਅਸੀਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਜਿਸ ਕਨਸੈਪਟ ਨੂੰ ਅਸੀਂ ਸਮਝਿਆ ਸੀ ਇੱਕ ਓਂਕਾਰ ਦੇ, ਉਹ ਕਈ ਵਾਰੀ ਸਾਨੂੰ ਇੱਕ ਓਂਕਾਰ ਦਾ ਮਤਲਬ ਰੱਬ ਇੱਕ ਹੈ, ਗੋਡ ਇਜ਼ ਵਨ ਕਰਕੇ ਹੀ ਸਮਝਾਇਆ ਜਾਂਦਾ ਸੀ ਇੱਕੋ ਲਾਈਨ। ਲੇਕਿਨ ਇੱਕ ਓਂਕਾਰ ਦਾ ਜਿਹੜਾ ਸਿਧਾਂਤ ਹੈ ਨਾ, ਬੜਾ ਗਹਿਰਾ ਅਤੇ ਬੜਾ ਗੂੜਾ ਸਿਧਾਂਤ ਹੈ। ਅਸੀਂ ਬੜੀ ਡਿਟੇਲ ਦੇ ਵਿੱਚ ਉਹਨੂੰ ਸਮਝਿਆ, ਔਰ ਜਿਸ ਗੱਲ ਨੂੰ ਅਸੀਂ ਆਧਾਰ ਮੰਨ ਕੇ ਪੂਰੀ ਇਸ ਜਪਜੀ ਸਾਹਿਬ ਦੀ ਵਿਚਾਰ ਕਰ ਰਹੇ ਹਾਂ, ਉਹ ਹੈ ਹੁਕਮ, ਰੱਬੀ ਹੁਕਮ, ਰੱਬੀ ਨਿਯਮ, ਲਾਜ਼ ਆਫ ਨੇਚਰ ਜਿਹਨੂੰ ਕਹਿੰਦੇ ਨੇ, ਕੁਦਰਤ ਦੇ ਸਿਸਟਮ। ਉਸੀ ਨੂੰ ਸਮਝ ਕੇ ਅਸੀਂ ਇੱਕ ਓਂਕਾਰ ਦਾ ਸਿਧਾਂਤ ਵੀ ਸਮਝਿਆ ਸੀ। ਅਤੇ ਇੱਕ ਜਿਹੜਾ ਹੈ ਉਹ ਨਿਯਮ ਹੈ। ਸਾਰੀ ਜਗ੍ਹਾ, ਹਰ ਜ਼ਰਰੇ, ਹਰ ਕਤਰੇ, ਹਰ ਮਨੁੱਖ, ਹਰ ਪੰਛੀ, ਪੇੜ, ਜਾਨਵਰ, ਹਰ ਦੇ ਇੱਕ ਜਗ੍ਹਾ 'ਤੇ ਜਿਹੜਾ ਨਿਯਮ ਵਰਤ ਰਿਹਾ, ਉਹਦਾ ਹੁਕਮ, ਉਹ ਸਿਸਟਮ ਤੋਂ ਬਾਹਰ ਕੋਈ ਇੱਕ ਵੀ ਚੀਜ਼ ਨਹੀਂ ਸਾਨੂੰ ਨਜ਼ਰ ਆਏਗੀ। ਨਿਯਮ ਦੇ ਵਿੱਚ ਸਭ ਕੁਝ ਹੈਗਾ। ਸੋ ਇੱਕ ਓਂਕਾਰ ਦਾ ਕਨਸੈਪਟ ਨੂੰ ਵੀ ਅਸੀਂ ਸਮਝਿਆ ਸੀ ਕਿ ਇੱਕ ਨਿਯਮ ਜਿਹੜਾ ਸਾਰੀ ਜਗ੍ਹਾ 'ਤੇ, ਹਰ ਜਗ੍ਹਾ 'ਤੇ ਵਿਆਪਕ ਹੈ, ਉਹ ਨਿਯਮ ਅਸੀਂ ਇਸ ਢੰਗ ਦੇ ਨਾਲ ਸਮਝ ਰਹੇ ਹਾਂ। ਸੋ ਅਸੀਂ ਉਹ ਕਾਫੀ ਟਾਈਮ ਲਾ ਕੇ ਉਹਨੂੰ ਸਮਝਿਆ ਹੋਇਆ, ਅਤੇ ਇਸ ਨੂੰ ਅਸੀਂ ਜਿਸ ਗੱਲ ਨੂੰ ਆਧਾਰ ਬਣਾ ਕੇ ਅਸੀਂ ਇਸ ਪੂਰੇ ਜਪਜੀ ਸਾਹਿਬ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਹੈ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। ਹੁਣ ਅਸੀਂ ਇਹ ਵੀ ਸਮਝਿਆ ਸੀ ਕਿ ਸਚਿਆਰ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਮੈਂ ਸੱਚ ਬੋਲਦਾ, ਮੈਂ ਚੰਗਾ ਤੋਲਦਾ, ਮੈਂ ਸਹੀ ਹਿਸਾਬ ਕਿਤਾਬ ਰੱਖਦਾ। ਸਚਿਆਰ ਦਾ ਮਤਲਬ ਹੈ ਸਿਰਫ ਇੰਨਾ ਨਹੀਂ ਹੈ। ਸਚਿਆਰ ਦਾ ਮਤਲਬ ਸੀ ਮੇਰੀ ਜ਼ਿੰਦਗੀ ਦੇ ਵਿੱਚ ਖੇੜਾ। ਸਚਿਆਰ ਦਾ ਮਤਲਬ ਹੈ ਆਨੰਦ। ਸਚਿਆਰ ਦਾ ਮਤਲਬ ਹੈ ਇੱਕਦਮ ਪਲੈਜ਼ੈਂਟ ਲਾਈਫ, ਬੜੀ ਆਨੰਦਪੂਰਵਕ ਲਾਈਫ ਜਿਹਨੂੰ ਜ਼ਿੰਦਗੀ ਕਹਿੰਦੇ ਆ। ਸਚਿਆਰ ਉਹ ਹੈ, ਉਹ ਕਹਿੰਦੇ ਉਹ ਆਨੰਦ, ਉਹ ਖੇੜਾ, ਉਹ ਖੁਸ਼ੀ ਜਿਹੜੀ ਹੈ ਉਹ ਕਿਸ ਤਰ੍ਹਾਂ ਹੋਏ ਕਿ ਉਹ ਸਚਿਆਰਾ ਹੋਈ ਹੈ। ਅਤੇ ਕੂੜੇ ਦਾ ਮਤਲਬ ਸਿਰਫ ਇਹ ਨਹੀਂ ਕਿ ਮੈਂ ਝੂਠ ਬੋਲਦਾ ਜਾਂ ਘੱਟ ਵੱਧ ਤੋਲਦਾ। ਉਹ ਕੂੜੇ ਦਾ ਮਤਲਬ ਹੈ ਜਿਤਨੀ ਸਾਡੀਆਂ ਡੈਫੀਸ਼ੀਐਂਸੀਜ਼ ਨੇ, ਜਿਹੜੀਆਂ ਸਾਡੇ ਵਿਕਾਰ ਨੇ, ਸਾਡੇ ਜੀਵਨ ਦੇ ਜਿਤਨੇ ਦੁੱਖ ਨੇ, ਤਕਲੀਫ ਹੈ, ਸਾੜਾ ਹੈ, ਦਵੇਖ, ਈਰਖਾ, ਤਕਲੀਫਾਂ ਜਿਹੜੀਆਂ ਨੇ ਨਾ, ਉਹ ਤਕਲੀਫਾਂ ਕਿਸ ਤਰ੍ਹਾਂ ਹਟਣ। ਉਹ ਦੁੱਖ, ਤਕਲੀਫ, ਕੂੜਾ, ਕਿਵੇਂ ਕੂੜਾ ਤੋਂ ਕੂੜ ਦੀ ਪਾਲ ਕਿਸ ਤਰ੍ਹਾਂ ਟੁੱਟੇ ਔਰ ਮੇਰੀ ਜ਼ਿੰਦਗੀ 'ਚ ਆਨੰਦ ਖੇੜਾ ਕਿਵੇਂ ਹੋਏ। ਇਹ ਸਾਰੀ ਗੱਲ ਜਿਹੜੀ ਹੈ ਨਾ ਇਸ ਦੇ ਉੱਤੇ ਆਧਾਰਿਤ ਹੈ। ਬਸ ਸਾਰੀ ਜ਼ਿੰਦਗੀ ਦਾ ਸਾਡਾ ਮਨੋਰਥ ਇੱਕੋ ਹੀ ਹੈ, ਹਰ ਇੱਕ ਦਾ, ਕਿ ਮੇਰੀ ਜ਼ਿੰਦਗੀ 'ਚ ਦੁੱਖ, ਤਕਲੀਫ, ਪ੍ਰੋਬਲਮਸ ਕਿਵੇਂ ਹਟਣ ਔਰ ਮੇਰੀ ਜ਼ਿੰਦਗੀ ਵਿੱਚ ਆਨੰਦ, ਖੇੜਾ, ਖੁਸ਼ੀ, ਚੰਗਿਆਈ ਔਰ ਜਿਹੜਾ ਆਨੰਦ ਹੈ ਉਹ ਕਿਵੇਂ ਆਏ। ਬਸ ਇਹੀ ਜ਼ਿੰਦਗੀ ਦਾ ਮਕਸਦ ਹੈ। ਅਤੇ ਉਹਦਾ ਆਨਸਰ ਵੀ ਅੱਗੇ ਲਿਖਿਆ ਕਿ ਉਹ ਸਚਿਆਰਾ ਹੋਏ ਕਿ ਕੂੜਾ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਦੋਂ ਤੂੰ ਉਸ ਹੁਕਮ, ਉਸ ਨਿਯਮ, ਉਸ ਸਿਸਟਮ ਦੇ ਵਿੱਚ ਚੱਲੇਗਾ ਤਾਂ ਸਭ ਕੁਝ ਹੋਏਗਾ ਜਿਹੜਾ ਤੇਰੇ ਨਾਲ ਹੀ ਲਿਖਿਆ ਹੋਇਆ ਹੈ। ਹਰ ਇੱਕ ਜੀਵ, ਹਰ ਇੱਕ ਜ਼ਰਰੇ, ਹਰ ਇੱਕ ਜਗ੍ਹਾ 'ਤੇ ਉਹ ਜਿਹੜਾ ਹੈ ਉਹ ਵਿਆਪਕ ਹੈ। ਇਸ ਦੇ ਨਾਲ ਹੀ ਅਸੀਂ ਸਮਝਿਆ ਸੀ ਕਿ ਅਗਲਾ ਜਿਹੜਾ ਲਫ਼ਜ਼ ਸੀ ਨਾ, ਸਤਨਾਮ, ਅਸੀਂ ਬੜੀ ਡਿਟੇਲ ਦੇ ਵਿੱਚ ਉਹਨੂੰ ਸਮਝਿਆ ਸੀ ਕਿ ਸੱਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ। ਉਹ ਸਿਹਾਰੀ ਦਾ ਕੀ ਮਤਲਬ ਹੈ? ਅਸੀਂ ਸੱਤੇ ਨਾਮ ਨਹੀਂ ਪੜ੍ਹਦੇ, ਉਹਨੂੰ ਸਤਨਾਮ ਪੜ੍ਹਦੇ ਹਾਂ।
ਉਹ ਸਿਆਰੀ, ਉਹ ਵਿਆਕਰਣ, ਉਹ ਗ੍ਰਾਮਰ ਜਿਹੜੀ ਹੈ ਗੁਰਮਤਿ ਦੀ ਜਦੋਂ ਅਸੀਂ ਸਮਝਾਂਗੇ ਤਾਂ ਸਾਨੂੰ ਪਤਾ ਲੱਗੇਗਾ। ਸਤਨਾਮ ਅੱਗੇ ਔਂਕੜ ਵੀ ਲੱਗੀ ਹੈ। ਔਂਕੜ ਦਾ ਅਸੀਂ ਸਤਨਾਮੂ ਨਹੀਂ ਪੜ੍ਹਦੇ, ਸੱਤੇ ਨਾਮੂ ਨਹੀਂ ਪੜ੍ਹਦੇ, ਅਸੀਂ ਪੜ੍ਹਦੇ ਹਾਂ ਸਤਨਾਮ। ਤੱਤੇ ਨੂੰ ਸਿਆਰੀ ਕਿਉਂ ਲੱਗੀ ਹੈ, ਮੰਮੇ ਨੂੰ ਔਂਕੜ ਕਿਉਂ ਲੱਗੀ ਹੈ? ਇਹ ਤਾਂ ਸਾਰਾ ਅਸੀਂ ਕਨਸੈਪਟ ਅਸੀਂ ਬੜੀ ਡਿਟੇਲ ਦੇ ਵਿੱਚ ਸਮਝਿਆ ਹੋਇਆ ਕਿ ਸੱਤ ਦੇ ਵਿੱਚੋਂ, ਸੱਚ ਦੇ ਵਿੱਚੋਂ ਜਿਹੜਾ ਨਾਮ ਜਿਹੜਾ ਉਹ ਨਿਯਮ ਨਿਕਲਿਆ ਹੋਇਆ। ਸੋ ਉਹ ਸੱਚ ਦੇ ਵਿੱਚੋਂ ਨਿਯਮ ਉਸ ਨੂੰ ਸਮਝਣਾ ਸੀ। ਹੁਣ ਨਾਮ ਨੂੰ ਸਮਝਣਾ ਫਿਰ ਅੱਗੇ ਬੜਾ ਜ਼ਰੂਰੀ ਸੀ, ਕਿਉਂਕਿ ਨਾਮ ਵੀ ਜਿਹੜਾ ਨਾ ਸੱਚ ਤੋਂ ਸਮਝ ਲੈਣਾ ਸੀ, ਅਸੀਂ ਸੱਚ ਤੋਂ ਸਮਝਣਾ ਸੀ, ਗੁਰਮਤਿ ਤੋਂ, ਗੁਰਬਾਣੀ ਤੋਂ ਸਮਝਣਾ ਸੀ। ਅਸੀਂ ਨਾਮ ਕੁਝ ਹੋਰ ਸਮਝ ਲਿਆ। ਨਾਮ ਜਪਣਾ, ਨਾਮ ਧਿਆਣਾ, ਨਾਮ ਲੈਣਾ ਸੀ ਕੀ ਅਸੀਂ ਜਿਹੜਾ ਨਾਮ ਸਾਨੂੰ ਸਮਝਾਇਆ ਗਿਆ, ਨਾਮ ਇਹ ਹੁੰਦਾ ਹੈ, ਇਹ ਵਾਲਾ ਇਹ ਅੱਖਰ ਨਾਮ ਹੈ। ਕਿਸੇ ਨੂੰ ਰਾਮ ਕਹਿਤਾ ਹੈ, ਨਾਮ ਹੁੰਦਾ ਹੈ, ਰਾਮ ਦਾ ਨਾਮ ਜਪਣਾ। ਕਿਸੇ ਨੂੰ ਅੱਲਾ ਕਹਿਤਾ, ਕਿਸੇ ਨੂੰ ਵਿਠਲ ਕਹਿਤਾ, ਕਿਸੇ ਨੂੰ ਅਲਖ ਕਹਿਤਾ, ਕਿਸੇ ਨੂੰ ਵਾਹਿਗੁਰੂ ਕਹਿਤਾ, ਇਹ ਨਾਮ ਹੈ। ਹੁਣ ਇਸ ਨਾਮ ਨੂੰ ਜਪਣਾ, ਕਿਆ ਗੁਰਬਾਣੀ ਨੇ ਸਾਨੂੰ ਦੱਸਿਆ ਕਿ ਇਸ ਲਫ਼ਜ਼ ਨੂੰ ਰਟਣਾ, ਇਸ ਲਫ਼ਜ਼ ਨੂੰ ਰਿਪੀਟੇਸ਼ਨ ਕਰਨਾ ਨਾਮ ਹੈ? ਕਿਸੇ ਗੁਰਬਾਣੀ ਦੀ ਪੰਕਤੀ, ਕੋਈ ਸ਼ਬਦ ਸਾਨੂੰ ਦੱਸਦੀ ਵੀ ਹੈ ਕੋਈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸ਼ਬਦ, ਕੋਈ ਪੰਕਤੀ ਹੈ ਐਸੀ ਜਿੱਥੇ ਲਿਖਿਆ ਹੋਇਆ ਕਿ ਵਾਹਿਗੁਰੂ ਵਾਹਿਗੁਰੂ ਹੈ ਲਫ਼ਜ਼ ਦਾ ਰਿਪੀਟੇਸ਼ਨ ਨਾਮ ਜਪਣਾ ਹੁੰਦਾ ਹੈ? ਫਿਰ ਕਿਹਨੇ ਦੱਸਿਆ ਸਾਨੂੰ ਕਿ ਇਹ ਨਾਮ ਜਪਣਾ? ਦੁਨੀਆ ਨੇ, ਲੋਕਾਂ ਨੇ, ਬਾਬਿਆਂ ਨੇ, ਡੇਰੇਦਾਰਾਂ ਨੇ, ਆਸੇ-ਪਾਸੇ ਨੇ, ਸਾਡੇ ਵੱਡਿਆਂ ਨੇ, ਜੋ ਵੀ ਉਹਨਾਂ ਨੇ ਦੱਸਿਆ ਨਾ ਸਾਨੂੰ। ਸਾਨੂੰ ਤਾਂ ਕੋਈ ਅੱਜ ਤੱਕ ਨਹੀਂ ਸ਼ਬਦ ਦੱਸੋ ਕੋਈ। ਸੋ ਉਹ ਜਿਹੜਾ ਗੁਰਬਾਣੀ ਜਿਹਨੂੰ ਨਾਮ ਕਹਿੰਦੀ ਹੈ, ਅਸੀਂ ਇਹ ਵੀ ਸਮਝਿਆ ਸੀ ਇਸ ਜਪਜੀ ਸਾਹਿਬ ਦਾ ਗੱਲ ਵਿਚਾਰ ਕਰਦੇ ਹਾਂ ਕਿ ਜਪਜੀ ਸਾਹਿਬ ਪੌੜੀਆਂ ਦੇ ਰੂਪ ਦੇ ਵਿੱਚ ਹੈਗਾ। 38 ਪੌੜੀਆਂ ਨੇ ਨਾ, ਤੇ ਗੁਰਬਾਣੀ ਦਾ, ਗੁਰਮਤਿ ਦਾ ਇੱਕ ਜਿਹੜਾ ਲਿਖਤ ਦਾ ਢੰਗ ਹੈ, ਤਰੀਕਾ ਹੈ, ਉਹਦੀ ਅਖੀਰਲੀ ਪੰਕਤੀ ਜਿਹੜੀ ਹੁੰਦੀ ਹੈ, ਜਿੱਥੇ ਵੀ ਪੌੜੀਆਂ ਹੁੰਦੀਆਂ, ਆਸਾ ਦੀ ਵਾਰ ਦੇ ਵਿੱਚ ਪੌੜੀਆਂ, ਹੋਰ ਵੀ ਜਗ੍ਹਾ ਸਾਨੂੰ ਪੌੜੀਆਂ ਮਿਲਦੀ, ਪੌੜੀ ਦੀ ਆਖਰੀ ਪੰਕਤੀ ਜਿਹੜੀ ਹੁੰਦੀ ਹੈ ਉਸ ਪੌੜੀ ਦਾ ਨਿਚੋੜ ਹੁੰਦਾ। ਹੁਣ ਉਸ ਪੌੜੀ ਦੇ ਨਿਚੋੜ ਦੇ ਵਿੱਚ ਸਾਨੂੰ ਇਹਦੇ ਵਿੱਚ ਅਸੀਂ ਨਾਮ ਨੂੰ ਸਮਝੀਏ ਨਾ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਹੁਣ ਜਿਹੜਾ ਅਸੀਂ ਦੁਨਿਆਵੀ ਨਾਮ ਸਿੱਖਿਆ ਸੀ, ਦੁਨੀਆ ਤੋਂ ਨਾਮ ਸਿੱਖਿਆ ਸੀ, ਨਾਮ ਲੈਣਾ, ਨਾਮ ਇਹ ਹੁੰਦਾ, ਨਾਮ ਜਪਣਾ ਹੁੰਦਾ, ਨਾਮ ਨੂੰ ਧਿਆਣਾ ਆਇਆ ਹੁੰਦਾ, ਲੇਕਿਨ ਗੁਰਬਾਣੀ ਕਹਿੰਦੀ ਐਸਾ ਨਾਮ। ਹੁਣ ਐਸਾ ਜਿਹੜਾ ਹੈ ਨਾ, ਐਸਾ ਲਫ਼ਜ਼ ਬੜਾ ਇੰਪੋਰਟੈਂਟ ਹੈਗਾ। ਐਸਾ ਹੁੰਦਾ ਕੋਈ ਖਾਸ ਕਿਸੇ ਚੀਜ਼ ਦੀ ਗੱਲ ਚੱਲ ਰਹੀ ਹੈ, ਕਿਸੇ ਖਾਸ ਚੀਜ਼ ਦੀ ਗੱਲ ਚੱਲ ਰਹੀ, ਅਸੀਂ ਕਹਿੰਦੇ ਹਾਂ ਨਾ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇਸ ਤਰ੍ਹਾਂ ਮਤਲਬ ਉਹ ਕੋਈ ਸਪੈਸ਼ਲ ਹੈ, ਕੋਈ ਖਾਸ ਹੈ। ਹੁਣ ਐਸੇ ਨੂੰ ਅਸੀਂ ਬੜਾ ਧਿਆਨ ਨਾਲ ਸਮਝੀਏ, ਐਸਾ ਕਿਹਨੂੰ ਕਿਹਾ? ਸੁਖਮਨੀ ਸਾਹਿਬ ਅਸੀਂ ਪੜ੍ਹਦੇ ਹਾਂ ਨਾ, ਮੈਨੂੰ ਅਸ਼ਟਪਦੀ ਦਾ ਧਿਆਨ ਨਹੀਂ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਜਿੱਥੋਂ ਤੂੰ ਕਦੀ ਨਹੀਂ ਛੁੱਟ ਸਕਦਾ ਨਾ, ਨਾਮ ਜਪਣ ਨਾਲ ਛੁੱਟ ਜਾਏਗਾ। ਅਨੇਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਦੇਖੋ ਕਿੰਨੇ ਜੰਮ ਤੈਨੂੰ ਚਮੜ ਜਾਣ, ਹਰ ਕਾ ਨਾਮ ਤੈਨੂੰ ਛੁਡਾ ਸਕਦਾ ਹੈ। ਅਨੇਕ ਜੋਨ ਜਨਮੈ ਮਰ ਜਾਮ, ਹਰ ਨਾਮ ਜਪਤ ਪਾਵੇ ਵਿਸਰਾਮ। ਹੋ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਹੁਣ ਕਹਿੰਦੇ ਨੇ ਐਸਾ ਨਾਮ ਜਪੋ ਮਨ ਰੰਗ। ਇਹ ਸਾਰੀ ਜਿਹੜੀ ਉੱਤੋਂ ਗੱਲ ਚਲਦੀ ਆ ਰਹੀ ਹੈ ਨਾ, ਜਿਹੜੀ ਉੱਤੋਂ ਗੱਲ ਛੂਟਤ ਨਹੀਂ ਲੋਕ ਕੋਟ ਲਖਵਾਈ, ਨਾਮ ਜਪਤ, ਹਰ ਪੰਕਤੀ ਦੇ ਬਾਅਦ ਤੁਹਾਨੂੰ ਨਾਮ ਆਏਗਾ, ਨਾਮ ਜਪਤ ਤੇ ਪਾਰ ਪਰਾਵੇ। ਅਨੇਕ ਬਿਗਨ ਜੇ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨੇਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਸਰ ਮਿਸਰਾਮ। ਹੋ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੇ। ਐਸਾ ਨਾਮ, ਇਹ ਜਿਹੜੀ ਪੂਰੀ ਲਿਸਟ ਐਸਾ ਨਾਮ ਹੈ। ਹੁਣ ਭੁਲੇਖਾ ਨਾ ਖਾ ਜਾਣਾ ਕੋਈ ਹੋਰ ਨਾਮ ਹੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਦੱਸੋ ਇਹ ਜਿਹੜੀ ਕਿਤਨੀ ਸਪਸ਼ਟ ਜਿਹੜੀ ਹੈ ਨਾਮ ਦੀ ਡੈਫੀਨੇਸ਼ਨ ਦਿੱਤੀ ਹੈ। ਸੋ ਸਾਨੂੰ ਬੜੀ ਜਗ੍ਹਾ ਜਿਹੜੇ ਨਾ ਐਸਾ, ਜਿਸ ਤਰ੍ਹਾਂ ਹੁਣ ਅਸੀਂ ਭਗਉਤੀ ਦੀ ਪੌੜੀ ਪੜ੍ਹਦੇ ਹਾਂ,
है भगवती भगवत भगत का रंग सगल दिया से दुष्क संग सारी पौड़ी अखीर च करेंगे ऐसा नानक ऐसा भगवती जी उत्ते लिस्ट दी है ना, ये है भगवती असल। नानक ऐसा भगवती भगवंत को पावे, पहले सारा समझाया। सो इस तरह होर बड़े सारे सानू मिलते हैं, जिस तरह असी हुण मैं उस डिटेल दे विच ना जाइए। जे गुरु की भी गल की है ना, नानक ऐसा गुर वडभागी पाई है, उत्ते पहले सारे गुरु की गल की है, सतगुर की होंदा है, गुरु कौन होंदा है, गुरु किस तरह का होंदा है। फिर वो अखीर च दसिया नानक ऐसा गुर वडभागी, ऐसा मतलब जी उत्ते सारी लिस्ट दसी है। हुण इहदे विच भी दसिया है पहले ऐसा नाम निरंजन होए। हुण नाम सानू पहले उत्ते दस चुके ने, सतनाम जिहड़ा सच जो निकलिया होया, सच जो निकलिया होया नाम है। उस सच नाम भी की है, नियम है, एको नाम हुक्म है। नानक सतगुर दिया वो नियम है, वो सच जड़ा वो नाम है, नियम है ना, जड़ा हुक्म है, रब्बी सिस्टम है जड़ा। ऐसा नाम, इस नाम दे नाल की हुंदा है, निरंजन हो जाता। निरंजन का की मतलब होया, कालख तो रहत। अंजन हुंदा है कालख, ते निरंजन हुंदा है कालख तो रहत। ऐसा नाम, इस नाम नू जपण दे नाल, इस नाम नू ध्यान दे नाल, इस नाम दे नाल जुड़न दे नाल की हुंदा है, निरंजन होए। और अंजन का मतलब कालख, मैल भी कह सकते हो, विकार भी कह सकते हो। वो विकारां तो, कालख तो, जड़ी सारिया चीज़ों तो, बुराइयों तो रहत जड़ा है, निरंजन हो जाता है। जब असी सुखमनी साहब पढ़ते हैं ना, ज्ञान अंजन गुर दिया, अज्ञान अंधेर। हुण इहदे वैसे तो अर्थ इहदे कहंदे ने कि ज्ञान का अंजन उन्होंने दे दिता, गुर दिया अज्ञान अंधेर विनाश। पर थोड़ा जिहा मैनूं इस तरह लगता कि इहदे यह नहीं है कि ज्ञान का अंजन उन्होंने दे दिता। ज्ञान अंजन का मतलब है अंजन का ज्ञान दिता। अंजन की होता मतलब बुराइयां, विकार, है ना, जितनी भी मेरी कूड़ है। ज्ञान अंजन का ज्ञान दिता, ज्ञान अंजन गुर दिया, गुर ने मैनू अंजन का ज्ञान दे दिता। पिछला असीं पढ़ के आवांगे सुखमनी साहब दा। वो विकारां दे बारे, वो कालख दे बारे, वो मैल दे बारे ज्ञान दिता। ज्ञान अंजन गुर दिया, उहदे नाल होया कि अज्ञान अंधेर विनाश। हर किरपा ते संत भेटिया, नानक मन प्रगास। ज्ञान होना बड़ा जरूरी है अंजन दे बारे, कूड़े दे बारे। देखो घर दे विच भी ना असी कूड़े दे विच जो चीज़ सुट्टण तो पहले ना असी पहले देखते हैं सुट्टण आया कि है कि नहीं, थोड़ा ध्यान दिओ। पहले असी उहदे बारे ज्ञान लैंदे आ कि यार यह चीज़ बेकार है, इहनूं कूड़े सुट दईए। जे नहीं सुट्टण वाली ना, असी कोई सब्जी भी कट्टदे आ, उहनूं अलग कर लैंदे आ पहले, किहड़ी चीज़ कूड़े सुट्टण वाली है ते किहड़ी बनाउण वाली है, किहड़ी अंदर प्लेट्स रखण वाली है। ਉਹਦੇ ਬਾਰੇ ਗਿਆਨ ਲੈਂਦੇ ਆ ਨਾ, ਸਾਨੂੰ ਪਤਾ ਹੁੰਦਾ ਨਾ ਵੀ ਇਹ ਚੀਜ਼ ਬੱਚੇ ਨੂੰ ਨਹੀਂ ਹੁੰਦਾ। ਬੱਚੇ ਕਈ ਵਾਰੀ ਉਹ ਪਲੇਟ 'ਚ ਚੁੱਕ ਕੇ ਕੂੜੇ ਸੁੱਟ ਦਿੰਦਾ, ਉਹ ਕਹਿੰਦੇ ਨਹੀਂ ਇਹ ਕੂੜੇ 'ਚ ਨਹੀਂ ਸੁੱਟੀ ਦਾ, ਇਹ ਖਾਣੀ ਹੈ, ਇਹ ਗੰਦੀ ਹੈ। ਗਿਆਨ ਨਹੀਂ ਹੈ ਨਾ ਉਹਨੂੰ। ਸਾਨੂੰ ਗਿਆਨ ਹੈ, ਸਾਨੂੰ ਪਹਿਲੇ ਪਤਾ ਹੁੰਦਾ ਕਿ ਹਾਂ ਇਹ ਬੇਕਾਰ ਹੈ ਚੀਜ਼, ਇਹ ਡਸਟਬਿਨ 'ਚ ਜਾਏਗੀ। ਸੋ ਡਸਟਬਿਨ 'ਚ ਸੁੱਟਣ ਵਾਲੀ ਤਾਂ ਚੀਜ਼ ਦਾ ਗਿਆਨ ਹੋਣਾ। ਗਿਆਨ ਅੰਜਨ ਗੁਰ ਦੀਆ। ਇੱਥੇ ਵੀ ਲਿਖਿਆ ਐਸਾ ਨਾਮ ਨਿਰੰਜਨ ਹੋਏ, जे को मन जाना मन कोए। जेड़ा उस मन, जेड़ा मन इत्थे पहला मन जेड़ा जे को दो बारी आया मन, पहले बारी ऊपर टिप्पी लगी हुई है। जे को मन मतलब जेड़ा मन जाता है, दूजे बारी सियारी लगी है। असी ग्रामर है नहीं साढ़े, असी व्याकरण भी समझीए नूं, तो दोनों लफ्ज़ों का उच्चारण एको ही है। पहले मन जिहड़ा है मनण दे नाल है। जेको मन जाना, जेड़ा उसनूं मन जांदा है। मन कोए, वो कोए तो भाव इत्थे यूनीक है। वो मन जिहड़ा है वो हो जाता है कोए।
ਜਿੱਥੇ ਜਿੱਥੇ ਵੀ ਸਾਨੂੰ ਕਈ ਜਗ੍ਹਾ ਗੁਰਬਾਣੀ ਦੇ ਵਿੱਚ ਨਾ ਕੋਏ ਲਫ਼ਜ਼ ਜਿਹੜਾ ਹੈ ਨਾ ਉਹ ਯੂਨੀਕ ਕਰਕੇ ਆਇਆ। ਇੱਕ ਜਗ੍ਹਾ ਕਹਿੰਦੇ ਨੇ ਭਾਈ ਰੇ ਗੁਰਮੁਖ ਬੂਝੈ ਕੋਏ। ਕੋਈ ਹੁੰਦਾ ਕੋਈ ਉਹਦਾ ਮਤਲਬ ਇਹ ਨਹੀਂ ਕਿ ਕੋਈ ਲੱਖਾਂ ਚੋਂ ਇੱਕ ਹੋਏਗਾ, ਹਜ਼ਾਰਾਂ ਚੋਂ ਇੱਕ ਹੋਏਗਾ, ਨਹੀਂ, ਐਸਾ ਨਹੀਂ ਹੈ। ਜਿਹੜਾ ਬੁੱਝ ਲਏਗਾ ਉਹ ਵਿਰਲਾ ਹੋ ਜਾਏਗਾ, ਉਹ ਹਜ਼ਾਰਾਂ, ਉਹ ਵੱਖਰਾ ਹੋ ਜਾਏਗਾ ਦੁਨੀਆ ਤੋਂ। ਇੱਕ ਜਗ੍ਹਾ ਕਹਿੰਦੇ ਨੇ ਗੁਰ ਕੈ ਭਾਣੈ ਜੋ ਚੱਲੈ। ਗੁਰ ਕੈ ਭਾਣੈ ਦਾ ਮਤਲਬ ਵੀ ਭਾਣੇ ਦਾ ਮਤਲਬ ਵੀ ਹੁਕਮ ਹੁੰਦਾ, ਨਿਯਮ, ਉਹ ਸਿਸਟਮ। ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ। ਜਿਹੜਾ ਉਸ ਨਿਯਮ, ਉਸ ਸਿਸਟਮ ਦੇ ਵਿੱਚ ਚੱਲਦਾ ਨਾ, ਉਹ ਦੁੱਖ ਨਹੀਂ ਪਾਉਂਦਾ, ਉਹ ਕੋਏ, ਉਹ ਭਾਵ ਯੂਨੀਕ ਹੋ ਜਾਂਦਾ। ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ, ਗੁਰ ਕੈ ਭਾਣੇ ਵਿੱਚ ਅੰਮ੍ਰਿਤ ਪਾਏ ਸਹਿਜੇ ਪਾਵੈ ਕੋਏ। ਹੁਣ ਕੋਏ ਜਿਹੜਾ ਲਫ਼ਜ਼ ਹੈ ਨਾ, ਇਹ ਹੈਗਾ ਵਿਰਲਾ, ਯੂਨੀਕ, ਸੰਸਾਰ ਦੁਨੀਆ ਤੋਂ ਵੱਖਰਾ। ਅਸੀਂ ਜਿਤਨੇ ਵੀ ਅਸੀਂ ਇੱਥੇ ਬੈਠੇ ਹਾਂ ਨਾ, ਅਸੀਂ ਕਈ ਸਾਲਾਂ ਤੋਂ ਵਿਚਾਰਾ ਕਰ ਰਹੇ ਹਾਂ। ਥੋੜ੍ਹਾ ਜਿਹਾ ਅਸੀਂ ਆਪਣੇ ਵੱਲ ਧਿਆਨ ਦੇਈਏ ਨਾ ਕਿ ਬਈ ਇੰਨੇ ਸਾਲਾਂ ਦੇ ਵਿੱਚ ਸਾਡੇ ਵਿੱਚ ਚੇਂਜ ਕੀ ਆਇਆ। ਜੇ ਅਸੀਂ ਆਪਣੇ ਆਪ ਨੂੰ ਥੋੜ੍ਹਾ ਐਨਾਲਿਸਿਸ ਕਰੀਏ ਤੇ ਚੇਂਜ, ਵੱਡਾ ਚੇਂਜ ਅਸੀਂ ਜੇ ਆਪਣੇ ਆਪ ਨੂੰ ਸਮਝੀਏ ਨਾ, ਤੇ ਜਿਹੜੀ ਅੰਦਰ ਦੀ ਆਵਾਜ਼ ਹੁੰਦੀ ਨਾ ਇੱਕ ਸਾਡੀ, ਜਿਹੜੀ ਅਸੀਂ ਕੋਈ ਮਾੜਾ ਕੰਮ ਕਰਨ ਲੱਗਦੇ ਹਾਂ, ਇੱਕ ਅੰਤਰਾਤਮਾ ਦੀ ਇੱਕ ਆਵਾਜ਼ ਹੁੰਦੀ ਹੈ, ਉਹ ਦੇਖੋ ਹਰ ਇੱਕ ਦੇ ਅੰਦਰੋਂ ਆਉਂਦੀ ਹੈ। ਕੋਈ ਵੀ ਗਲਤ ਕੰਮ ਕਰਨਾ, ਕੋਈ ਰਿਸ਼ਵਤ ਲੈਣ ਲੱਗਦਾ ਨਾ, ਅੰਦਰੋਂ ਇੱਕ ਵਾਰੀ ਜ਼ਰੂਰ ਕਹਿੰਦਾ ਕਿ ਵੀ ਇਹ ਕੰਮ ਗਲਤ ਹੈਗਾ, ਲੇਕਿਨ ਉਹਨੂੰ ਦਬਾ ਦਿੰਦਾ, ਕਹਿੰਦਾ ਮੈਂ ਕੋਈ ਨਹੀਂ, ਲੈ ਲਿਆ। ਮਨ ਕਹਿੰਦਾ ਲੱਲਾ, ਕੋਈ ਗੱਲ, ਕੀ ਫਰਕ ਪੈਂਦਾ। ਉਹ ਆਣੀ ਬੰਦ ਹੋ ਜਾਂਦੀ ਆਵਾਜ਼। ਬਸ ਗੁਰਬਾਣੀ ਪੜ੍ਹਨ ਦਾ, ਸਿੱਖਣ ਦਾ, ਸਮਝਣ ਦਾ, ਵਿਚਾਰਾ ਕਰਨ ਦਾ ਮਕਸਦ ਇਹ ਹੈ ਕਿ ਅੰਦਰ ਦੀ ਆਵਾਜ਼ ਜਿਹੜੀ ਹੈ ਨਾ, ਉਹ ਸਾਨੂੰ ਸੁਣਨੀ ਸ਼ੁਰੂ ਹੋ ਜਾਏ। ਹੁਣ ਕੋਈ ਗਲਤ ਕੰਮ, ਮਾੜਾ ਕੰਮ ਕਰਨ ਲੱਗਿਆ ਨਾ ਬੰਦਾ, ਉਹ ਸੁਣਦਾ ਆਵਾਜ਼ ਇੱਕ ਵਾਰੀ। ਬਸ ਇਹ ਵੱਡਾ ਫਰਕ ਹੈ। ਹੁਣ ਉਹ ਨਿਯਮ ਦੀ ਜਿਹੜੀ ਕੁਦਰਤ ਦਾ ਸਿਸਟਮ ਜਿਹੜਾ ਲਿਖਿਆ ਨਾਲ ਹੈ ਨਾ, ਜਿਹੜਾ ਉਹਦੀ ਆਵਾਜ਼ ਇੱਕ ਵਾਰੀ ਜ਼ਰੂਰ ਸੁਣਦਾ ਬੰਦਾ। ਬਸ ਇਹੀ ਜਿਹੜੀਆਂ ਪਿਛਲੀਆਂ 4 ਪੌੜੀਆਂ ਅਸੀਂ ਪੜ੍ਹ ਕੇ ਆਏ ਹਾਂ ਸੁਣਨ ਦੀਆਂ, ਉਹ ਸਾਰੀਆਂ ਸੁਣਨ ਦੀਆਂ ਪੌੜੀਆਂ ਇਹੀ ਸੀ ਕਿ ਉਹ ਆਵਾਜ਼ ਸੁਣਨੀ ਸ਼ੁਰੂ ਹੋ ਜਾਏ। ਔਰ ਹੁਣ ਅਗਲੀਆਂ ਜਿਹੜੀਆਂ ਪੌੜੀਆਂ ਚੱਲਣਗੀਆਂ ਉਹ ਹੈ ਕਿ ਸੁਣ ਕੇ ਫਿਰ ਮੰਨਣ ਤੇ। ਸੁਣ ਤੇ ਲਈ, ਪਹਿਲੇ ਤਾਂ ਸੁਣਦੇ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਲੱਗਦਾ ਕਿ ਅੰਤਰਾਤਮਾ ਮੇਰੀ ਕੀ ਕਹਿ ਰਹੀ ਹੈ। ਤੇ ਜੇ ਹੁਣ ਸੁਣ ਲਈਏ ਤੇ ਹੁਣ ਉਸ ਤੋਂ ਬਾਅਦ ਅਗਲਾ ਸਟੈਪ ਆਉਂਦਾ ਕਿ ਸੁਣ ਕੇ ਮੰਨ ਲੈਣਾ, ਉਹਨੂੰ, ਉਸ ਰੱਬੀ ਨਿਯਮ ਦੀ, ਉਸ ਸਿਸਟਮ ਦੀ, ਉਸ ਅੰਤਰਾਤਮਾ ਦੀ ਆਵਾਜ਼ ਨੂੰ ਸੁਣ ਕੇ ਉਸ ਦੇ ਉੱਤੇ ਅਮਲ ਕਰਨਾ। ਹੁਣ ਉਸ ਮੰਨਣ ਵਾਲੇ ਦੀ ਜਿਹੜੀ ਗੱਲ ਹੈ, ਉਹਦੀ ਅਵਸਥਾ ਦੀ ਗੱਲ ਕੀਤੀ ਹੈ ਕਿ ਮੰਨੈ ਕੀ ਗਤ ਕਹੀ ਨਾ ਜਾਏ। ਉਹਦੀ ਅਵਸਥਾ ਕੀ ਹੈ? ਮੰਨੇ ਕੀ ਗਤੀ, ਭਾਵ ਉਹਦੀ ਅਵਸਥਾ, ਉਹਦੀ ਸਟੇਜ, ਉਹ ਕੀ ਹੈ, ਕੀ ਹੈ? ਮੰਨੇ ਕੀ ਗਤ ਕਹੀ, ਇੱਕ ਵਾਰੀ ਉਹਨੇ ਕਹਿ ਦਿੱਤੀ, ਭਾਵ ਉਹਨੂੰ ਸਮਝ ਆ ਗਈ, ਉਹ ਫਿਰ ਪਿੱਛੇ ਨਹੀਂ ਹਟਦਾ, ਨਾ ਜਾਏ, ਉਸੇ ਰਸਤੇ ਤੇ ਹੀ ਤੁਰਦਾ। ਇੱਕ ਵਾਰੀ ਸਮਝ ਆ ਜਾਏ ਨਾ ਰੱਬੀ ਨਿਯਮ ਦੀ ਸਿਸਟਮ ਕੀ ਹੈ, ਲਾਜ਼ ਆਫ ਨੇਚਰ ਕੀ ਨੇ, ਰੱਬੀ ਹੁਕਮ ਕੀ ਹੈ, ਮੰਨੇ ਕੀ ਗਤ, ਜਿਹੜਾ ਉਹਨੂੰ ਮੰਨਦਾ ਉਹਦੇ ਤੇ ਤੁਰਨਾ ਸ਼ੁਰੂ ਕਰਦਾ, ਉਹਨੂੰ ਅਮਲ ਕਰਨਾ ਸ਼ੁਰੂ ਕਰਦਾ, ਫਿਰ ਉਸ ਤੋਂ ਪਿੱਛੇ ਨਹੀਂ ਹਟਦਾ। ਜੇ ਕੋ ਕਹੈ ਪਿਛੇ ਪਛਤਾਏ। ਹੁਣ ਵੈਸੇ ਤੇ ਅਰਥ ਦੇ ਲਿਖੇ ਹੋਏ ਨੇ ਕਿ ਬਈ ਫਿਰ ਉਹ ਪਛਤਾਉਂਦਾ ਹੈ ਜੇ ਉਹ ਮਾੜਾ। ਇੱਥੇ ਗੱਲ ਪਛਤਾਣ ਦੀ ਨਹੀਂ ਹੈ, ਗੱਲ ਦੇਖੋ ਅਸੀਂ ਇਸੇ ਕਰਕੇ ਇਸ ਨੂੰ ਇੱਕ ਲੜੀ ਦੇ ਵਿੱਚ ਹੀ ਸਾਰਾ ਸਮਝ ਰਹੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ, ਜਿਹੜਾ ਉਸ ਨੂੰ ਕਹਿੰਦਾ, ਭਾਵ ਉਹਨੂੰ ਸਮਝਦਾ, ਜਿਹੜਾ ਉਹ ਮੰਨ ਲੈਂਦਾ, ਉਹਨੂੰ ਨਾ ਜਾਏ, ਉਸ ਤੋਂ ਪਿੱਛੇ ਨਹੀਂ ਹਟਦਾ। ਜੇ ਕੋ ਕਹੇ, ਜਿਹੜਾ ਉਹ ਰੱਬੀ ਨਿਯਮ ਉਹਨੂੰ ਕਹਿੰਦਾ, ਪਿੱਛੇ ਪਛਤਾਏ, ਉਸ ਦੇ ਪਿੱਛੇ ਹੀ ਤੁਰਦਾ, ਫਿਰ ਉਸ ਤੋਂ ਇੱਧਰ ਉੱਧਰ ਨਹੀਂ ਜਾਂਦਾ, ਪਿੱਛੇ, ਉਸੀ ਦੇ ਪਿੱਛੇ, ਭਾਵ ਉਸੀ ਨੂੰ ਫੋਲੋ ਕਰਦਾ, ਉਸੀ ਦੇ ਨਕਸ਼ੇ ਕਦਮ ਤੇ। ਅਸੀਂ ਕਹਿੰਦੇ ਨਕਸ਼ੇ ਕਦਮ ਤੇ ਤੁਰਨਾ, ਜਿਸ ਨਕਸ਼ੇ ਕਦਮ ਹੁੰਦੇ ਨੇ ਜਿਹੜੇ ਪਹਿਲੇ ਕਦਮ ਪਏ ਹੋਏ ਨੇ, ਉਸੀ ਤੇ ਤੁਰਨਾ, ਉਸੀ ਪਛਤਾਏ, ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ। ਹੁਣ ਉਹ ਕਾਗਦ, ਭਾਵ ਉਹ ਕਾਗਜ਼ ਨੂੰ ਕਿਹਾ ਜਾਂਦਾ ਨਾ ਲਿਖਣ ਹਾਰ, ਵਿਕਾਰਾਂ ਨੂੰ ਉਸ ਦੇ ਕਾਗਜ਼ ਦੇ ਉੱਤੇ ਉਹ ਨਹੀਂ, ਉਹ ਕਾਗਜ਼ ਉਹ ਲਿਖਦਾ ਨਹੀਂ। ਹੁਣ ਉਹ ਕਲਮ ਉਸ ਪਾਸੇ ਨਹੀਂ ਜਾਂਦੀ ਉਹਦੀ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ,
ਇਹ ਲੇਖ ਜਿਹੜੇ ਲਿਖਣੇ ਹੁੰਦੇ ਨਾ, ਉਹ ਲੇਖ ਨਹੀਂ ਲਿਖਦਾ। ਕਾਗਜ਼ ਕਰਨਾ ਲਿਖਣ ਖਾ ਮੰਨੇ ਕਾ ਬਹਿ ਕਰਨ ਵਿਚਾਰ। ਜਿਹੜਾ ਮੰਨ ਜਾਂਦਾ ਨਾ ਉਹ ਬਹਿ ਜਾਂਦਾ, ਭਾਵ ਟਿਕਾਓ ਆ ਜਾਂਦਾ ਉਹਨੂੰ, ਇੱਕ ਠਹਿਰਾਓ, ਇੱਕ ਸਹਿਜ, ਸੰਤੋਖ। ਇਹ ਸਾਰੇ ਗੁਣ ਜਿਹੜੇ ਨਾ ਉਹਦੇ ਅੰਦਰ ਮੰਨੇ ਕਾ ਬਹਿ, ਉਹ ਬਹਿ ਕੇ ਟਿਕਾਓ ਕੇ ਵਿਚਾਰ ਕਰਦਾ, ਉਹਦੀ ਕੋਈ ਵੀ ਕੰਮ ਕਰਦਾ ਉਹਦੇ ਆਪਣੀ ਅੰਦਰ ਦੇਖਦਾ, ਸਮਝਦਾ, ਵਿਚਾਰ ਭਾਵ ਹੈ ਰੱਬੀ ਨਿਯਮ ਨੂੰ ਸੁਣਦਾ, ਸਮਝਦਾ, ਉਹਦੀ ਉਸ 'ਤੇ ਵਿਚਾਰ ਕਰਦਾ। ਬੜਾ ਜ਼ਰੂਰੀ ਹੈ ਗੱਲ, ਟਿਕ ਕੇ ਬੈਠ ਕੇ ਵਿਚਾਰ ਕਰਨਾ ਔਰ ਲੇਖਾ ਨਾ ਲਿਖਣਾ। ਅਸੀਂ ਲੇਖਾ ਜੋਖਾ ਦੇ ਅਸੀਂ ਬੜੀ ਡਿਟੇਲ ਦੇ ਵਿੱਚ ਸਮਝਿਆ ਸੀ। ਤੁਸੀਂ ਘਰਾਂ ਦੇ ਵਿੱਚ ਜਦੋਂ ਅਸੀਂ ਆ ਜਾਏ ਨਾ, ਸਾਡੇ ਘਰਾਂ 'ਚ ਮਤਲਬ ਬਹੁਤ ਸਾਡਾ ਨਜ਼ਦੀਕੀ ਕੋਈ ਆਏ ਬੜੇ ਸਾਲਾਂ ਬਾਅਦ ਆਏ ਔਰ 5 ਮਿੰਟ ਬੈਠੇ, ਮਤਲਬ ਰੁਕੇ ਵੀ ਨਾ ਉੱਥੇ, ਬਸ 2-4 ਮਿੰਟ ਰੁਕੇ ਤੇ ਤੁਰ ਪਏ। ਅਸੀਂ ਕਹਿੰਦੇ ਤੂੰ ਇੰਨੇ ਸਾਲਾਂ ਬਾਅਦ ਆਇਆ? ਕਹਿੰਦਾ ਨਹੀਂ ਮੈਂ ਜਾਣਾ। ਤੇ ਕਹਿੰਦੇ ਇਹ ਤੇਰਾ ਆਇਆ ਲੇਖੇ ਨਹੀਂ ਲੱਗਣਾ। ਅਸੀਂ ਕਹਿੰਦੇ ਨਾ ਸਾਡੀਆਂ ਆਮ ਵਿਵਹਾਰ ਦੀਆਂ ਗੱਲਾਂ, ਇਹ ਤੇਰਾ ਕਿਸੇ ਗਿਣਤੀ 'ਚ ਨਹੀਂ ਹੈਗਾ ਜੀ, ਤੇਰਾ ਆਇਆ ਇਹ ਨਹੀਂ ਲੇਖੇ ਲੱਗਣਾ ਕਿਸੇ। ਭਾਵ ਤੂੰ ਬੈਠ ਕੇ ਵਿਚਾਰ ਤੇ ਕੀਤੀ ਨਹੀਂ, ਤੂੰ ਗੱਲਾਂ ਬਾਤਾਂ ਨਹੀਂ ਕੀਤੀਆਂ, ਇੰਨੇ ਟਾਈਮ ਬਾਅਦ ਆਇਆ, ਤੂੰ ਬੈਠ ਕੇ ਮੇਰੇ ਨਾਲ ਗੱਲਬਾਤ ਕਰਦਾ, ਮੇਰੇ ਕੋਈ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ, ਤੇ ਫਿਰ ਤੇ ਅਸੀਂ ਤੇਰਾ ਬੈਠਾ ਆਇਆ ਹੋਣਾ ਸੀ, ਤੂੰ ਆਇਆ ਤੇ ਆ ਕੇ ਤੁਰ ਗਿਆ, ਬਸ ਇਹ ਕਿਸੇ ਲੇਖੇ ਨਹੀਂ ਹੈ। ਸੋ ਅਸੀਂ ਵੀ ਇਸ ਗੱਲ ਨੂੰ ਸੋਚੀਏ, ਜੇ ਗੁਰਦੁਆਰੇ ਆਏ ਆ, ਚੱਕਰ ਲਾਇਆ, ਮੱਥਾ ਟੇਕਿਆ, ਅਸੀਂ ਕਹਿੰਦੇ ਅਸੀਂ ਲੇਖੇ, ਕੋਈ ਲੇਖਾ ਨਹੀਂ ਹੈ ਜੇ ਬਹਿ ਕੇ ਵਿਚਾਰ ਨਹੀਂ ਕੀਤੀ, ਕਿਸੇ ਲੇਖੇ ਨਹੀਂ ਹੈ। ਅਸੀਂ ਆਪਣੇ ਲੇਖੇ ਭਾਵੇਂ ਬਣਾ ਲਏ ਕਿ ਮੈਂ ਗਿਆ ਬਸ ਹਾਜ਼ਰੀ ਲਾ ਆਇਆ, ਬਸ ਸਾਡਾ ਹਾਜ਼ਰੀ ਲਾਣਾ ਹੀ ਹੁੰਦਾ ਬਸ। ਫਿਰ ਸਕੂਲ ਵੀ ਜਾ ਕੇ ਬੱਚਾ ਪੜ੍ਹੇ ਨਾ ਤਾਂ ਹਾਜ਼ਰੀ ਲਾ ਆਇਆ, ਤਾਂ ਉਹਦੀ ਕੋਈ ਪੜ੍ਹਾਈ ਕਿਸੇ ਗੜੀ ਨਹੀਂ ਜਾਂਦੀ ਕਿ ਤੂੰ ਬਸ ਖਾਲੀ ਹਾਜ਼ਰੀ ਲਵਾਉਣ ਆਇਆ। ਟੀਚਰ ਵੀ ਕਹਿੰਦੇ ਨੇ ਨਾ, ਤੂੰ ਤੇ ਕਰਨ ਕੀ ਆਇਆ? ਹਾਜ਼ਰੀ ਲਵਾਉਣ ਆਇਆ। ਪੜ੍ਹਿਆ ਤੇ ਹੈ ਨਹੀਂ, ਤੂੰ ਸਿੱਖਿਆ ਤੇ ਹੈ ਨਹੀਂ ਕੁਝ। ਅਸੀਂ ਇਹੀ ਕਹਿੰਦੇ ਹਾਂ ਕਿ ਇੱਥੇ ਬਸ ਗੁਰਦੁਆਰੇ ਹਾਜ਼ਰੀ ਲਵਾਈ, ਨਾ ਪੜ੍ਹਿਆ, ਨਾ ਸੁਣਿਆ, ਨਾ ਸਿੱਖਿਆ, ਨਾ ਸਮਝਿਆ, ਨਾ ਵਿਚਾਰ ਕੀਤੀ। ਸੋ ਮੰਨੇ ਕਾ ਬਹਿ ਕਰਨ ਵਿਚਾਰ, ਫਿਰ ਉਹ ਵਿਚਾਰਾਂ ਸ਼ੁਰੂ ਕਰਦਾ। ਸੋ ਸਾਰੀ ਗੱਲ ਜਿਹੜੀ ਹੈ ਨਾ, ਅਸੀਂ ਇਸ ਗੱਲ ਨੂੰ ਅਸੀਂ ਸਮਝੀਏ ਕਿ ਜਦ ਤੱਕ ਉਹ ਵਿਚਾਰ ਨਹੀਂ ਹੈ ਨਾ, ਜਦ ਤੱਕ ਉਹ ਸਮਝ ਨਹੀਂ ਹੈ, ਵਿਚਾਰ ਮਤਲਬ ਉਸ ਨਾਮ ਦੀ, ਉਸ ਨਿਯਮ ਦੀ, ਉਸ ਰੱਬੀ ਹੁਕਮ ਦੀ, ਉਸ ਸਿਸਟਮ ਦੀ ਵਿਚਾਰ ਕਰਨੀ। ਉਸ ਸਿਸਟਮ ਨੂੰ ਜਿਸ ਟਾਈਮ ਜਦੋਂ ਸਾਨੂੰ ਸਮਝ ਆ ਗਿਆ ਨਾ, ਰੱਬੀ ਹੁਕਮ ਉਹਦਾ ਭਾਣਾ ਕੀ ਹੈ, ਸਾਰੀ ਸਾਡੀਆਂ ਤਕਲੀਫਾਂ, ਦੁੱਖ, ਪ੍ਰੋਬਲਮਸ ਤੋਂ ਅਸੀਂ ਹਟਣੇ ਸ਼ੁਰੂ ਹੋ ਜਾਵਾਂਗੇ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਦੱਸਣਾ, ਬੜੇ ਮਸ਼ਹੂਰ ਪੰਕਤੀ ਹੈ, ਤੁਸੀਂ ਅਗਲੀ ਪੰਕਤੀ ਦੀ ਸੋਚਣਾ ਕੀ ਹੈਗਾ। ਨਾਨਕ ਦੁਖੀਆ ਸਭ ਸੰਸਾਰ। ਅਗਲੀ ਪੰਕਤੀ ਕੀ ਹੈ ਜੀ? ਜੋ ਸਿੱਖਿਆ ਸੁਣਾਓ। ਮੈਨੂੰ ਇਹੀ ਸਭ ਸਾਨੂੰ ਇਹੀ ਜਾਣਦੇ ਹਾਂ ਅਸੀਂ, ਕਿਉਂਕਿ ਅਸੀਂ ਪੜ੍ਹੇ ਹੀ ਇਹੀ ਕੁਛ ਹੈ। ਪੜ੍ਹੇ ਨਹੀਂ। ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਨ ਨਾਮ ਆਧਾਰ। ਅਸੀਂ ਇਹੀ ਸੁਣਿਆ, ਇਹ ਗੁਰਬਾਣੀ ਨਹੀਂ ਹੈ, ਗੁਰਬਾਣੀ ਦੀ ਪੰਕਤੀ ਨਹੀਂ ਹੈ। ਹੁਣ ਉਸ ਸ਼ਬਦ ਤੇ ਆਈਏ, ਜਿਹੜਾ ਸ਼ਬਦ ਪੜ੍ਹਦੇ ਆ ਨਾ ਅਸੀਂ, ਸਹਿਜਦਾਨ ਕੋ ਇੰਦਰ ਰਵਾਇਆ, ਪਰਸ ਦਰਾਮ ਹੋਏ ਰੋਵੇ ਘਰ ਆਇਆ। ਇਹ ਸਾਰਾ ਉੱਤੇ ਨਾ ਵੱਡੇ ਵੱਡੇ ਜਿਹੜੇ ਅਸੀਂ ਮਹਾਂਪੁਰਖ, ਬੜੇ ਵੱਡੇ ਰਾਜਸੀ, ਤਪਸਵੀ, ਇਹ ਸਾਰੇ ਨਾ, ਉਹਨਾਂ ਦੀ ਸਾਰੀ ਲਿਸਟ ਹੈਗੀ ਹੈ। ਰੋਵੇ ਰਾਮ ਨਿਕਾਲਾ ਪਿਆ, ਸਾਰਾ ਕੁਛ ਉਹਦੇ 'ਚ ਹੈਗਾ ਜੀ। ਵੱਡੇ ਸਾਰੇ ਵੱਡੇ ਤਪਸਵੀ, ਵੱਡੇ ਰਾਜੇ ਮਹਾਰਾਜੇ, ਬੜਾ ਕੁਛ ਹੈਗਾ, ਸਾਰੇ ਇੰਦਰ ਦੇ, ਸਾਰਿਆਂ ਦਾ ਜ਼ਿਕਰ ਹੈਗਾ। ਉਸ ਦੇ ਅਖੀਰ ਦੇ ਵਿੱਚ ਇਹ ਪੰਕਤੀ ਆਉਂਦੀ ਹੈ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਦੇ ਰਾਹ ਨੂੰ ਔਂਕੜ ਲੱਗੀ ਹੈ। ਅਸੀਂ ਗ੍ਰਾਮਰ ਜ਼ਰੂਰ ਜਦ ਤੱਕ ਨਹੀਂ ਦੇਖਾਂਗੇ ਨਾ ਅਸੀਂ ਗੁਰਬਾਣੀ ਦੇ ਵਿੱਚ, ਤਾਂ ਤੱਕ ਸਾਨੂੰ ਪੂਰੀ ਸਮਝ ਨਹੀਂ ਆਉਂਦੀ। ਇਹਦਾ ਮਤਲਬ ਹੈਗਾ ਨਾਨਕ ਦੁਖੀਆ ਸਭ ਸੰਸਾਰ। ਇਹ ਜਿਤਨੀ ਉੱਪਰ ਲਿਸਟ ਦੱਸੀ ਹੈ ਨਾ, ਇਹ ਸਭ ਸੰਸਾਰੀ ਕੰਮ ਕਰਦੇ ਨੇ। ਜੋ ਸੰਸਾਰ ਕੰਮ ਕਰ ਰਿਹਾ ਨਾ, ਉਹੀ ਤਾਂ ਕਰ ਰਹੇ ਨੇ ਸਾਰੇ। ਕੋਈ ਮਰ ਗਿਆ ਤਾਂ ਰੋ ਰਹੇ ਆ, ਪੈਸਾ ਚਲਾ ਗਿਆ ਤਾਂ ਅਸੀਂ ਦੁਖੀ ਹੋ ਗਏ ਹੈ, ਉਹ ਘਰੋਂ ਕੱਢਤਾ। ਸਾਰੀਆਂ ਚੀਜ਼ਾਂ ਜੋ ਹੈ, ਜਿਤਨੇ ਵੀ ਸਾਰੇ ਉੱਤੇ ਲਿਸਟ ਦੱਸੀ ਹੈ ਨਾ, ਇਹਨਾਂ ਨੇ ਉਹੀ ਕੰਮ ਕੀਤੇ ਨੇ। ਉਸ ਚੀਜ਼ ਦਾ ਦੱਸਿਆ ਕਿ ਜਿਹੜਾ ਕਿ ਆਮ ਦੁਨੀਆ ਦੇ ਵਿੱਚ ਹੁੰਦੇ ਨੇ,
ਸੰਸਾਰੀ, ਕੋਈ ਇਹਨਾਂ ਦੇ ਵਿੱਚ ਯੂਨੀਕਨੈਸ ਨਹੀਂ ਆਈ, ਕੋਈ ਵਿਰਲਾਪਨ ਨਹੀਂ ਹੋਇਆ, ਕੋਈ ਨਹੀਂ ਬਣੇ। ਜੋ ਆਮ ਬੰਦੇ ਕਰਦੇ ਨੇ ਉਹੀ ਇਹਨਾਂ ਨੇ ਕੀਤਾ। ਜੋ ਇਹਨਾਂ ਨੇ ਸਭ ਕੁਝ ਕੀਤਾ, ਨਾਨਕ ਦੁਖੀਆ ਸਭ ਸੰਸਾਰ। ਇਹ ਸੰਸਾਰ ਜਿੰਨਾ ਵੀ ਹੈ ਨਾ, ਸਾਰਾ ਸੰਸਾਰੀ ਜਿਹੜਾ ਕੰਮ ਕਰਨੇ ਨੇ, ਇਹਦੇ ਵਿੱਚ ਦੁੱਖ ਹੀ ਨੇ। ਅੱਗੇ ਕੀ ਕਹਿੰਦੇ ਨੇ, ਮੰਨੇ ਨਾਉ ਸੋਈ ਜਿਣ ਜਾਏ। ਜਿਹਨੇ ਨਾਉ ਭਾਵ ਨਿਯਮ, ਉਹ ਰੱਬੀ ਨਿਯਮ ਨੂੰ, ਸਿਸਟਮ ਨੂੰ, ਉਸ ਹੁਕਮ ਨੂੰ ਮੰਨਿਆ ਨਾ, ਉਹੀ ਜਿਣ ਮਤਲਬ ਹੁੰਦਾ ਜਿੱਤਿਆ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਜਾਏ, ਲੇਖੇ ਲਾਏ। ਇਹ ਹੋਰ ਸਾਰੇ ਕੰਮ ਕਿਸੇ ਲੇਖੇ ਨਹੀਂ ਹੈ। ਅਸੀਂ ਕਹਿੰਦੇ ਹਾਂ ਨਾ ਇਹ ਕੀਤਾ ਹੈ ਕਿ ਅਸੀਂ ਹੁਣੇ ਸਮਝਿਆ ਕਿ ਲੇਖਾ ਕੀ ਹੁੰਦਾ, ਕਿਸੇ ਲੇਖੇ ਨਹੀਂ ਹੈ। ਤੇਰਾ ਆਇਆ ਗਿਆ ਸਭ ਕਿਸੇ ਲੇਖੇ ਨਹੀਂ ਹੈ। ਡਿੱਠਾ ਮੁਕਤ ਨਾ ਹੋਵੇ ਜਿੱਚਾ ਸ਼ਬਦ ਨਾ ਕਰੇ ਵਿਚਾਰ। ਇੱਕ ਹੋਰ ਜਗ੍ਹਾ ਕਹਿੰਦੇ ਉਸ ਨੂੰ ਸੁਖ ਨਾ ਉਪਜੇ। ਮੈਨੂੰ ਸਾਰੀ ਮੈਂ ਪੰਕਤੀ ਭੁੱਲ ਰਿਹਾ, ਭਾਵੇਂ 100 ਗੇੜਾ ਆਓ ਜਾਓ, ਗੁਰਬਾਣੀ ਦੀ ਚਾਹੁੰਦਾ ਜਿੰਨੀ ਮਰਜ਼ੀ ਤੁਸੀਂ ਇੱਥੇ ਗੇੜੇ ਲਾ ਲਓ, ਚੱਕਰ ਲਾ ਲਓ, ਕਿਸੇ ਲੇਖੇ ਨਹੀਂ ਹੈਗਾ। ਸੋ ਉਸ ਸ਼ਬਦ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਨਾਨਕ ਦੁਖੀਆ ਬਾਲੀ ਰੋਵੇ ਨਾਹੇ ਪਤਾਰ ਹੈ। ਪੂਰੀ ਜਿਹੜੀ ਉਤਲੀ ਲਿਸਟ ਹੈਗੀ ਹੈ, ਬਾਲੀ ਉਹ ਜਿਹੜੀ ਆਤਮਾ ਜਿਹੜੀ ਹੈਗੀ ਹੈ, ਉਹਦਾ ਪਤਾਰ, ਉਹਦਾ ਪਤੀ ਨਹੀਂ ਹੈ। ਇਸ ਕਰਕੇ ਨਾਨਕ ਦੁਖੀਆ ਸਭ ਸੰਸਾਰ ਹੈ। ਸਾਰੇ ਸੰਸਾਰੀ ਕੰਮ ਕਰਦੇ ਰਹੇ ਨੇ, ਪਰ ਅਖੀਰ ਦੇ ਨਿਚੋੜ ਦਿੰਦੇ ਨੇ, ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਜਾਏ, ਲੇਖੇ ਲਾਏ। ਸੋਰੀ, ਜਿਹਨੇ ਨਾਉ ਨੂੰ ਮੰਨਿਆ। ਅਸੀਂ ਅਖੀਰ ਦੇ ਵਿੱਚ ਨਿਚੋੜ ਹੁੰਦਾ ਨਾ, ਉਹਨੂੰ ਜ਼ਰੂਰ ਅਸੀਂ ਬੜੇ ਇੱਕ ਪੰਕਤੀ ਅਸੀਂ ਸ਼ਬਦ ਕਈ ਵਾਰੀ ਉਹ ਵੀ ਕੋਟ ਕੀਤਾ ਹੋਇਆ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈ। ਅਸੀਂ ਵੀ ਉਹਨੂੰ ਦੇਖਿਆ ਕਿ ਉਹਦੇ ਵਿੱਚ ਇਹ ਨਹੀਂ ਕਹਿ ਰਹੇ ਕਿ ਕੋਈ ਰਾਮ ਰਾਮ ਕਹਿ ਲੇ, ਕੋਈ ਅੱਲਾ ਅੱਲਾ ਕਹਿ ਰਹੇ, ਕੋਈ ਕੁਛ ਕਹਿ ਲੇ। ਉਹਦਾ ਮਤਲਬ ਇਹ ਨਹੀਂ ਹੈ। ਕਦੇ ਕੋਈ ਬੋਲਦਾ, ਹਾਂ ਕੋਈ ਕਹਿੰਦਾ, ਕੋਈ ਰਾਮ ਵੀ ਕਹਿੰਦਾ, ਕੋਈ ਅੱਲਾ ਵੀ ਕਹਿੰਦਾ, ਕੋਈ ਕੁਛ ਵੀ ਕਰਦਾ, ਸਾਰੀ ਚੀਜ਼ਾਂ ਉਹਦੀ ਲਿਸਟ ਦੱਸੀ ਹੈ ਪੂਰੀ। ਤੇ ਕਹਿੰਦੇ ਇਹ ਅਖੀਰ ਦੇ ਵਿੱਚ ਕੀ ਦੱਸਿਆ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ। ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਜਿਨੇ ਹੁਕਮ ਨੂੰ ਭਾਵ ਰੱਬੀ ਨਿਯਮ ਨੂੰ ਪਛਾਣਿਆ, ਸਮਝਿਆ, ਪ੍ਰਭ ਸਾਹਿਬ ਕਾ ਤਿੰਨ ਭੇਤ ਜਾਤਾ, ਉਹਨੇ ਰਸ ਦੇ ਭੇਤ ਨੂੰ ਜਾਣਿਆ। ਇਹ ਕਹਿਣ ਦੇ ਨਾਲ ਦੀ ਕੋਈ ਲਿਸਟ ਉੱਤੇ ਜਿੰਨੀ ਮਰਜ਼ੀ ਉਹ ਦੁਨੀਆ ਕਹਿ ਰਹੀ ਹੈ, ਕਰ ਰਹੀ ਹੈ। ਕੋਈ ਰਾਮ ਰਾਮ ਕਹਿ ਰਿਹਾ, ਕੋਈ ਖੁਦਾਏ ਕਹਿ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਸੇਵੇਂ ਗੁਸਈਆਂ, ਕੋਈ ਅਲਾਏ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ। ਹੁਣ ਇਹ ਥੋੜਾ ਕਹਿ ਰਿਹਾ ਕਿ ਤੁਸੀਂ ਅੱਜ ਤੀਰਥਾਂ ਦੇ ਨਹਾਉਣ ਚਲਿਓ, ਬਹੁਤ ਚੰਗੀ ਨਹੀਂ। ਉਹ ਕਹਿੰਦੇ ਜਾ ਰਹੇ ਨੇ, ਦੁਨੀਆ ਜਾ ਰਹੀ ਹੈ। ਪਰ ਜਿਨਨੇ ਰੱਬੀ ਨਿਯਮ, ਉਸ ਹੁਕਮ ਨੂੰ, ਉਸ ਸਿਸਟਮ ਨੂੰ ਪਛਾਣਿਆ ਨਾ, ਪ੍ਰਭ ਸਾਹਿਬ ਕਾ ਤਿੰਨ ਭੇਤ ਜਾਤਾ। ਸੋ ਇਹਦੇ ਵਿੱਚ ਵੀ ਅਸੀਂ ਇਹ ਨਾ ਸਮਝੀਏ ਕਿ ਨਾਨਕ ਦੁਖੀਆ ਸਭ ਸੰਸਾਰ, ਸਾਨੂੰ ਹੈ ਕਿ ਸਾਰੇ ਸੰਸਾਰ ਹੀ ਦੁਖੀ ਹੈ ਜੀ। ਨਹੀਂ ਜੀ, ਨਹੀਂ। ਉਹਦਾ ਨਿਚੋੜ ਦੱਸਿਆ ਹੈ ਕਿ ਕਿਹੜਾ ਸੁੱਖ ਕਿਹਨੂੰ ਮਿਲਦਾ ਹੈ। ਜਿਹੜਾ ਸੰਸਾਰੀ ਉਹ ਤਾਂ ਦੁਖੀ ਰਹੇਗਾ, ਭਾਵੇਂ ਇੰਨੇ ਨੇ ਵੱਡੇ ਰਾਜੇ ਮਹਾਰਾਜਾਂ ਦੀ ਲਿਸਟ ਦੇਖ ਲੈ, ਇਹ ਵੀ ਦੁਖੀ ਨੇ ਜੇ ਸੰਸਾਰੀ ਕੰਮ ਕਰਨਾ ਰਹਿੰਦਾ। ਸੋ ਪੂਰੀ ਅੱਜ ਦੀ ਪੌੜੀ ਜਿਹੜੀ ਹੈ, ਉਸ ਪੌੜੀ ਦੇ ਵਿੱਚ ਸਾਨੂੰ ਦੱਸਿਆ ਕਿ ਐਸਾ ਨਾਮ ਨਿਰੰਜਨ ਹੋਏ। ਇਹ ਨਾਮ ਕੀ ਹੈ, ਉਹ ਨਿਰੰਜਨ ਕਿਵੇਂ ਹੋਣ ਦਾ ਤਰੀਕਾ। ਜੇ ਕੋ ਮਨ ਜਾਣਾ, ਮਨ ਕੋਏ ਭਾਵ ਯੂਨੀਕ, ਵਿਰਲਾ, ਦੁਨੀਆ ਤੋਂ ਵੱਖਰਾ, ਸੰਸਾਰੀ ਵਿੱਚ ਰਹਿੰਦੇ ਹੋਏ। ਇਹ ਨਹੀਂ ਕਿ ਦੁਨੀਆ ਤੋਂ ਵੱਖਰਾ ਉਹਦਾ ਯੂਨੀਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਪਰੇ ਕਿਸੇ ਪਹਾੜਾਂ ਦੇ ਵਿੱਚ ਜਾਂ ਕੋਨੇ ਜਾ ਕੇ ਬੈਠ ਜਾਂਦੇ, ਵਿੱਚ ਰਹਿੰਦੇ ਹੋਏ ਯੂਨੀਕ। ਦੁਨੀਆ ਕਹੇ ਕਿ ਇਹ ਵੱਖਰਾ ਹੀ ਹੈ ਜੀ, ਇਹਦੀ ਸੋਚ ਵੱਖਰੀ ਹੈ। ਸੋ ਇਹ ਅਗਲੀਆਂ ਪੌੜੀਆਂ ਦੇ ਵਿੱਚ ਮੰਨੇ ਦੀ ਅਸੀਂ ਗੱਲ ਸਮਝਾਂਗੇ। ਇਹ ਧਿਆਨ ਰੱਖਣਾ ਕਿ ਇਹ ਅੱਜ ਦੀ ਜਿਹੜੀ ਮੰਨੇ ਦੀ ਪੌੜੀ ਹੈ, ਇਸ ਦੇ ਨੰਨੇ ਨੂੰ ਲਾਮ ਲੱਗੀ ਹੈ ਇੱਕ। ਅੱਗੇ ਜਿਹੜੀ ਆਏਗੀ ਉਹ ਮੰਨਾ ਆਏਗੀ ਦਲਾਵਾਂ ਦੇ ਨਾਲ, ਅਤੇ ਉਹਦੇ ਗ੍ਰਾਮਰ ਨੂੰ ਵੀ ਅਸੀਂ ਸਮਝਾਂਗੇ ਅਤੇ ਦੋਨਾਂ ਦੇ ਫਰਕ ਨੂੰ ਵੀ ਸਮਝਾਂਗੇ। ਆਉਣ ਵਾਲੇ ਅਗਲੇ ਜਿਹੜੀਆਂ ਸਾਡੀ ਇੱਥੇ ਬੈਠਾਂਗੇ। ਭੁੱਲਾਂ ਚੁੱਕਾਂ ਦੀ ਕੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।